ਪੰਜਾਬ ਦੇ ਵਿੱਚ ਜੋ ਸਥਾਨਕ ਚੋਣਾਂ ਹੋ ਰਹੀਆਂ ਨੇ ਉਹਨਾਂ ਵਿੱਚ ਜੋ ਧਾਂਦਲੀ ਹੋ ਰਹੀ ਆ ਔਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਨੇ ਚੋਣਾਂ ਹਾਈਜੈਕ ਜਿਵੇਂ ਕੀਤੀਆਂ ਨੇ ਔਰ ਸਟੇਟ ਮਸ਼ੀਨਰੀ ਦੀ ਜਿਵੇਂ ਦੁਰਵਰਤੋਂ ਹੋ ਰਹੀ ਆ ਔਰ ਖਾਸ ਤੌਰ ਤੇ ਮਤਲਬ ਵੱਡੀ ਪੱਧਰ ਤੇ ਥੋਕ ਦੇ ਵਿੱਚ ਕਾਗਜ਼ ਜਿਵੇਂ ਰੱਦ ਹੋਏ ਨੇ ਔਰ ਵਿਸ਼ੇਸ਼ ਤੌਰ ਤੇ ਕਾਗਜ਼ ਭਰਨ ਜਾਣ ਵਾਲਿਆਂ ਨੂੰ ਜਿਵੇਂ ਰੋਕਿਆ ਗਿਆ ਔਰ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਤੇ ਜਲਾਲਾਬਾਦ ਵਿੱਚ ਜਿਵੇਂ ਹਮਲਾ ਹੋਇਆ ਔਰ ਖਾਸ ਤੌਰ ਤੇ ਉਹਨਾਂ ਦੀ ਸਿਕਿਉਰਿਟੀ ਦੇ ਇੰਚਾਰਜ ਵੱਲੋਂ ਰਿਪੋਰਟ ਦੇਣ ਦੇ ਬਾਵਜੂਦ ਦੋਸ਼ੀਆਂ ਤੇ ਕੇਸ ਦਰਜ ਨਹੀਂ ਹੋਏ ਬਲਕਿ ਸਾਡੇ ਲੋਕਾਂ ਤੇ ਕੇਸ ਦਰਜ ਹੋ ਗਏ। ਸਰਬ ਪਾਰਟੀ ਮੀਟਿੰਗ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਯਕੀਨ ਦਿਵਾਇਆ ਸੀ ਕਿ ਕਿਸੇ ਤਰ੍ਹਾਂ ਗੁਨਾਹਗਾਰ ਜਿਹੜੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ, ਭਾਵੇਂ ਕੋਈ ਕਾਂਗਰਸੀ ਆ ਭਾਵੇਂ ਕੋਈ ਅਧਿਕਾਰੀ ਆ। ਕਿਸੇ ਇੱਕ ਪੁਲਿਸ ਅਫਸਰ ਤੇ ਐਕਸ਼ਨ ਨਹੀਂ ਹੋਇਆ ਵੀ ਤੁਹਾਡੀ ਹਾਜ਼ਰੀ 'ਚ ਜੈਡ ਸਿਕਿਉਰਿਟੀ ਵਾਲੇ ਬੰਦੇ ਤੇ ਐਡਾ ਵੱਡਾ ਹਮਲਾ ਹੋਇਆ ਤੇ ਨਾ ਹੀ ਕਿਸੇ ਇੱਕ ਕਾਂਗਰਸੀ ਤੇ ਕੋਈ ਐਕਸ਼ਨ ਹੋਇਆ ਬਲਕਿ ਅਕਾਲੀ ਦਲ ਦੇ ਵਰਕਰਾਂ ਤੇ ਕੇਸ ਦਰਜ ਹੋ ਗਏ। ਭਿੱਖੀ ਪਿੰਡ ਦੇ ਵਿੱਚ ਗੋਲੀ ਚੱਲੀ ਉੱਥੇ ਅਕਾਲੀ ਵਰਕਰਾਂ ਤੇ ਕੇਸ ਦਰਜ ਹੋ ਗਏ ਔਰ ਵੱਡੀ ਪੱਧਰ ਤੇ ਜਿਹੜੇ ਕਾਗਜ਼ ਰੱਦ ਹੋਏ ਨੇ ਜਿਵੇਂ ਫਿਰੋਜ਼ਪੁਰ ਦੇ ਵਿੱਚ, ਜੀਰੇ ਦੇ ਵਿੱਚ, ਬਠਿੰਡੇ ਦੇ ਵਿੱਚ ਬਹੁਤ ਸਾਰੀਆਂ NAC ਜਿਹੜੀਆਂ ਨੇ ਉਹਨਾਂ ਦੇ ਵਿੱਚ ਥੋਕ ਵਿੱਚ ਕਾਗਜ਼ ਰੱਦ ਹੋ ਕੇ ਜਿੱਥੇ ਚੋਣਾਂ ਜਿਹੜੀਆਂ ਨੇ ਮਤਲਬ ਬਹੁਤ ਗਿਣਤੀ ਫਤਿਹਗੜ੍ਹ ਸਾਹਿਬ ਵਿੱਚ ਸ਼ੋਅ ਕਰਤੀ ਪਹਿਲਾਂ ਹੀ, ਮਤਲਬ ਮੈਜੋਰਟੀ ਸ਼ੋਅ ਕਰਤੀ ਪਹਿਲਾਂ ਹੀ। ਅਸੀਂ ਮੰਗ ਕੀਤੀ ਆ ਮਾਨਯੋਗ ਗਵਰਨਰ ਪੰਜਾਬ ਤੋਂ ਕਿ ਅੱਜ ਸਟੇਟ ਮਸ਼ੀਨਰੀ ਬਿਲਕੁਲ ਫੇਲ ਹੋ ਚੁੱਕੀ ਆ, ਸਿਸਟਮ ਕਲੈਪਸ ਹੋ ਚੁੱਕਿਆ ਔਰ ਸਟੇਟ ਚੋਣ ਕਮਿਸ਼ਨ ਜਿਹੜਾ ਹੈ ਉਹ ਹੱਥ ਖੜੇ ਕਰਕੇ ਆਪਣੇ ਆਪ ਨੂੰ ਸਟੇਟ ਸਰਕਾਰ ਨੂੰ ਸਰੈਂਡਰ ਕਰ ਚੁੱਕਾ। ਜਦੋਂ ਸਾਡਾ ਡੈਪੂਟੇਸ਼ਨ ਗਿਆ ਸੀ ਚੀਮਾ ਸਾਹਿਬ ਗਰੇਵਾਲ ਸਾਹਿਬ ਹੋਰੀ ਗਏ ਸੀ, ਸਿੱਧੇ ਤੌਰ ਤੇ ਉਹਨੇ ਆਪ ਕਨਫੈਸ ਕਰ ਲਿਆ ਵੀ ਮੇਰੇ ਪਾਸ ਦੀ ਗੱਲ ਨਹੀਂ, ਇੱਥੇ ਤਾਂ ਮੁੱਖ ਮੰਤਰੀ ਸਾਹਿਬ ਜੋ ਕਹਿਣਗੇ ਉਹੀ ਚੱਲੇਗਾ। ਸੋ ਇਸ ਤਰ੍ਹਾਂ ਸਟੇਟ ਕਮਿਸ਼ਨ ਵੱਲੋਂ ਸ਼ਰੇਆਮ ਹੱਥ ਖੜੇ ਕਰ ਦੇਣਾ, ਸਟੇਟ ਮਸ਼ੀਨਰੀ ਅੱਗੇ ਸਟੇਟ ਕਮਿਸ਼ਨ ਸਰੈਂਡਰ ਕਰ ਦੇਣਾ। ਸਟੇਟ ਕਮਿਸ਼ਨ ਦੇ ਅੰਡਰ ਤਾਂ ਮਸ਼ੀਨਰੀ ਸਰੈਂਡਰ ਹੁੰਦੀ ਆ ਜਦੋਂ ਚੋਣਾਂ ਦਾ ਨੋਟੀਫਿਕੇਸ਼ਨ ਹੁੰਦਾ, ਇੱਥੇ ਸਟੇਟ ਕਮਿਸ਼ਨਰ ਸਰੈਂਡਰ ਹੋ ਗਿਆ ਸਟੇਟ ਮਸ਼ੀਨਰੀ ਦੇ ਅੰਡਰ। ਤੇ ਜਿਵੇਂ ਵੋਟਾਂ ਦੀ ਕੱਟ ਵੱਢ ਹੋਈ ਆ, ਜਿਵੇਂ ਤਬਦੀਲੀ ਹੋਈ ਆ, ਵਾਰਡਬੰਦੀ ਗਲਤ ਹੋਈ ਆ ਔਰ ਵੋਟਾਂ ਜਿਹੜੀਆਂ ਬਟਾਲੇ ਦੇ ਵਿੱਚ ਜਿਵੇਂ ਸ਼ਿਫਟਿੰਗ ਹੋਈਆਂ, ਮਤਲਬ ਲੋਕ ਕਿਤੇ ਵਿਦ ਪੋਸਟ ਬਦਲੀਆਂ ਤਾਂ ਹੁੰਦੀਆਂ ਦੇਖੀਆਂ, ਇੱਥੇ ਵਿਦ ਪੋਸਟ ਉਮੀਦਵਾਰਾਂ ਦੇ ਨਾਲ ਵਾਰਡਬੰਦੀ ਵੀ ਬਦਲਤੀ, ਜਿਹੜਾ ਕੈਂਡੀਡੇਟ ਆ ਉਹ ਵੀ ਬਦਲਤਾ ਤੇ ਵੋਟਾਂ ਤਾਂ ਬਦਲਣੀਆਂ ਸੀ। ਮਤਲਬ ਇਸ ਕਿਸਮ ਦੀਆਂ ਧਾਂਦਲੀਆਂ ਜਿਹੜੀਆਂ ਸਟੇਟ ਮਸ਼ੀਨਰੀ ਵੱਲੋਂ ਸਿੱਧੇ ਤੌਰ ਤੇ ਪੰਜਾਬ ਦੀਆਂ ਸਥਾਨਕ ਚੋਣਾਂ ਵਿੱਚ ਹੋ ਰਹੀਆਂ ਨੇ, ਉਹ ਸਾਰਾ ਕੁਝ ਅਸੀਂ ਮਾਨਯੋਗ ਗਵਰਨਰ ਪੰਜਾਬ ਦੇ ਧਿਆਨ 'ਚ ਲਿਆਂਦਾ ਔਰ ਮੰਗ ਕੀਤੀ ਆ ਕਿ ਪਹਿਲਾਂ ਤਾਂ ਇਹ ਸਾਨੂੰ ਸਟੇਟ ਮਸ਼ੀਨਰੀ ਤੇ ਕੋਈ ਭਰੋਸਾ ਨਹੀਂ ਰਿਹਾ। ਅੱਜ ਬਹੁਤ ਸਾਰੀਆਂ ਥਾਵਾਂ ਤੇ ਥਾਣੇਦਾਰ ਜਿਹੜੇ ਨੇ ਆਪ ਵੋਟਾਂ ਮੰਗਦੇ ਫਿਰਦੇ ਨੇ ਤੇ ਸਾਡੇ ਵਿਰੋਧੀ ਉਮੀਦਵਾਰ ਜਿਹੜੇ ਨੇ ਉਹ ਉਹਨਾਂ ਨੂੰ ਨਾਲ ਲੈ ਕੇ ਤੁਰੇ ਫਿਰਦੇ ਨੇ ਤੇ ਡਰ ਭੈ ਪੈਦਾ ਕੀਤਾ ਜਾ ਰਿਹਾ ਪੁਲਿਸ ਵੱਲੋਂ। ਇਸ ਕਰਕੇ ਪੈਰਾਮਿਲਟਰੀ ਫੋਰਸਿਸ ਡਿਪਲਾਏ ਕੀਤੀਆਂ ਜਾਣ, ਵੀਡੀਓਜ਼ ਕੈਮਰੇ ਰਾਹੀਂ ਉੱਥੇ ਸਾਡਾ ਜਿੰਨੇ ਵੀ ਬੂਥ ਨੇ ਉੱਥੇ ਪ੍ਰਬੰਧ ਕੀਤਾ ਜਾਵੇ। ਦੂਜੀ ਜਿਹੜੀ ਅਸੀਂ ਗੱਲ ਕੀਤੀ ਹੈ ਕਿਹਾ ਵੀ ਜਿਹੜੀ ਕਾਊਂਟਿੰਗ ਦੇਖੋ ਅੱਜ ਤੱਕ ਜਿੰਨੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਹੋਈਆਂ ਨੇ ਕਦੇ ਕਾਊਂਟਿੰਗ ਦੂਜੇ ਦਿਨ ਨਹੀਂ ਹੋਈ ਬਲਕਿ ਤੁਰਤ ਹੁੰਦੀ ਰਹੀ ਆ। ਇਹ 2 ਦਿਨ ਵਿੱਚ ਗੈਪ ਪਾਉਣਾ ਮੈਲਾਫਾਈਡ ਟੈਂਸ਼ਨ ਆ, ਬਦਨੀਤੀ ਦਿਖਾਈ ਦੇ ਰਹੀ ਆ। ਕਿਸੇ ਨਾ ਕਿਸੇ ਤਰ੍ਹਾਂ ਮਾੜੀ ਮੋਟੀ ਘਾਟ ਹੇਰਾਫੇਰੀ ਦੀ ਜੇ ਰਹਿ ਵੀ ਗਈ ਗੁੰਜਾਇਸ਼ ਉਹ ਪੂਰੀ ਕਰਨ ਲਈ 2 ਦਿਨ ਪੰਜਾਬ ਸਰਕਾਰ ਨੇ ਸਟੇਟ ਚੋਣ ਕਮਿਸ਼ਨ ਦੇ ਰਾਹੀਂ ਇਹ ਲਏ ਨੇ, ਜਿਹੜੇ ਕਿਸੇ ਤਰ੍ਹਾਂ ਵੀ ਉਚਿਤ ਨਹੀਂ, ਕਿਸੇ ਤਰ੍ਹਾਂ ਸੰਵਿਧਾਨਕ ਨਹੀਂ, ਕਿਸੇ ਤਰ੍ਹਾਂ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਦੇ ਸੰਕੇਤ ਨਹੀਂ ਦਿੰਦੇ। ਇਸ ਕਰਕੇ ਜਿਹੜੀ ਕਾਊਂਟਿੰਗ ਆ ਉਹ ਤੁਰਤ ਹੀ ਚੋਣ ਖਤਮ ਹੋਣ ਤੋਂ ਕਰਾਈ ਜਾਵੇ, ਪੈਰਾਮਿਲਟਰੀ ਫੋਰਸ ਡਿਪਲਾਏ ਕੀਤੀਆਂ ਜਾਣ, ਵੀਡੀਓ ਕੈਮਰਾਜ਼ ਲਾਏ ਜਾਣ ਪੋਲਿੰਗ ਬੂਥਾਂ ਤੇ ਔਰ ਜਿਹੜੇ ਬੂਥ ਮਤਲਬ ਜਿਹੜੇ ਕਮੇਟੀਆਂ ਬਹੁਤ ਗਿਣਤੀ ਦਿਖਾਤੀ ਵੱਡੇ ਪੱਧਰ ਤੇ ਰੱਦ ਕਰਤੇ ਪਰਚੇ, ਉਹ ਜਿਹੜੇ ਪਰਚੇ ਰੱਦ ਹੋਏ ਨੇ, ਕਾਗਜ਼ ਰੱਦ ਹੋਏ ਨੇ ਤੇ ਆਪਣੀ ਮੈਜੋਰਟੀ ਬਣਾ ਲਈ, ਉਹਨਾਂ ਵਿੱਚ ਦੁਬਾਰਾ ਇਲੈਕਸ਼ਨ ਹੋਵੇ, ਦੁਬਾਰਾ ਇਲੈਕਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਵੈਸੇ ਅਸੀਂ ਤਾਂ ਮੰਗ ਇਹ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ ਇਸੇ ਮਾਹੌਲ ਦੇ ਵਿੱਚ ਸਮੁੱਚੀ ਚੋਣ ਹੀ ਜੇ ਸਹੀ ਮਾਇਨਿਆਂ ਵਿੱਚ ਜਦੋਂ ਸੰਵਿਧਾਨਕ ਮਸ਼ੀਨਰੀ ਫੇਲ ਹੋ ਜੇ, ਕਸਟੋਡੀਅਨ ਹੈ ਨੇ ਗਵਰਨਰ ਸਾਹਿਬ ਸੰਵਿਧਾਨ ਦੇ ਤੇ ਸਿੱਧੇ ਤੌਰ ਤੇ ਸੰਵਿਧਾਨ ਦੀ ਫੇਲ ਹੋ ਰਹੀ ਆ, ਮਸ਼ੀਨਰੀ ਦੁਰਵਰਤੋਂ ਹੋ ਰਹੀ ਆ ਤੇ ਨੋਟਸ ਸਖਤੀ ਨਾਲ ਜੇ ਲੈਣ ਤਾਂ ਸਾਰੀ ਚੋਣ ਕਾਊਂਟਰਮੈਂਟ ਕਰਕੇ ਦੁਬਾਰਾ
ਪੰਜਾਬ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਔਰ ਉਹਦੇ ਬੰਦੋਬਸਤ ਕੀਤੇ ਜਾਣ। ਨਹੀਂ ਘੱਟੋ ਘੱਟ ਜਿੱਥੇ ਵੱਡੇ ਪੱਧਰ ਤੇ ਚੋਣ ਵੱਲ ਕਾਗਜ਼ ਰੱਦ ਹੋ ਕੇ ਮੈਜੋਰਟੀ ਪਹਿਲਾਂ ਹੀ ਬਣਾ ਲਈ, ਘੱਟੋ ਘੱਟ ਉਹਨਾਂ ਕਮੇਟੀਆਂ ਵਿੱਚ ਚੋਣ ਦੁਬਾਰਾ ਹੋਵੇ ਨਾ। ਇਹ ਗੱਲ ਅਸੀਂ ਪੂਰੇ ਜ਼ੋਰ ਨਾਲ ਗੱਲ ਕੀਤੀ ਔਰ ਸਾਨੂੰ ਮਾਨਯੋਗ ਗਵਰਨਰ ਸਾਹਿਬ ਨੇ ਇਹ ਗੱਲ ਦੀ ਤਸੱਲੀ ਵੀ ਦਵਾਈ ਆ, ਵਿਸ਼ਵਾਸ ਵੀ ਦਵਾਇਆ ਕਿ ਬੀਇੰਗ ਏ ਕਸਟੋਡੀਅਨ ਆਫ ਕਨਸਟੀਟਿਊਸ਼ਨ ਉਹ ਜ਼ਰੂਰ ਧਿਆਨ ਰੱਖਣਗੇ ਕਿ ਕਿਸੇ ਤਰ੍ਹਾਂ ਗੈਰ ਸੰਵਿਧਾਨਕ ਗੱਲ ਨਾ ਹੋਵੇ, ਮਸ਼ੀਨਰੀ ਸਰਕਾਰੀ ਦੀ ਦੁਰਵਰਤੋਂ ਨਾ ਹੋਵੇ ਔਰ ਜਿਹੜੀਆਂ ਅਸੀਂ ਮੁੱਖ ਗੱਲਾਂ ਰੱਖੀਆਂ ਨੇ, ਚਾਹੇ ਪੈਰਾ ਮਿਲਟਰੀ ਫੋਰਸ ਡਿਪਲਾਈ ਕਰਨ ਦੀ ਗੱਲ ਆ, ਭਾਵੇਂ ਕਾਊਂਟਿੰਗ ਜਿਹੜੀ ਆ ਤੁਰਤ ਕਰਨ ਦੀ ਗੱਲ ਆ, ਭਾਵੇਂ ਵੀਡੀਓਗ੍ਰਾਫੀ ਕਰਨ ਦੀ ਗੱਲ ਆ, ਜਾਂ ਜਿਹੜੀਆਂ ਥਾਵਾਂ ਤੇ ਰੱਦ ਹੋਏ ਨੇ ਉੱਥੇ ਦੁਬਾਰਾ ਚੋਣ ਕਰਾਉਣ ਦੀ ਗੱਲ ਆ, ਇਹ ਸਾਰੀਆਂ ਗੱਲਾਂ ਨੂੰ ਇੰਪਲੀਮੈਂਟੇਸ਼ਨ ਲਈ ਉਹ ਜ਼ਰੂਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਤੇ ਬਾਕੀ ਗੱਲਾਂ ਸਾਨੂੰ ਗਰੇਵਾਲ ਸਾਹਿਬ ਦੱਸੋ। ਦੂਸਰੀ ਗੱਲ ਜਿਹੜੀ ਅਸੀਂ ਇੰਪੋਰਟੈਂਟ ਗਵਰਨਰ ਸਾਹਿਬ ਨਾਲ ਕੀਤੀ ਹੈ ਕਿ ਕਾਂਗਰਸ ਓਪਨਲੀ ਕਾਨੂੰਨ ਨੂੰ ਭੰਗ ਕਰਨ ਲੱਗੀ ਹੋਈ ਹੈ। ਰਾਜਾ ਵੜਿੰਗ ਐਮਐਲਏ ਗਿੱਦੜਬਾਹਾ ਨੇ ਉਹਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਜਿਹੜੀ ਲੈਂਗੁਏਜ ਉੱਥੇ ਯੂਜ਼ ਕੀਤੀ ਹੈ ਤੇ ਜਿਹੜਾ ਉਹਨੇ ਇਹ ਕਿਹਾ ਕਿ ਜੇ ਮੇਰੇ ਕੋਲ 12 ਗੋਲੀਆਂ ਵਾਲਾ ਪਿਸਟਲ ਆ ਜੇ ਤਾਂ ਮੈਂ ਇਹਨਾਂ ਨੂੰ ਮੁੱਲ ਦਿਖਾਵਾਂ। ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਕੀ ਰੂਲਿੰਗ ਪਾਰਟੀ ਦਾ ਐਮਐਲਏ ਨੂੰ ਇਹ ਐਗਜ਼ੰਪਸ਼ਨ ਹੈ ਕਿ ਉਹ ਕਾਨੂੰਨ ਆਪਣੇ ਹੱਥ 'ਚ ਲੈ ਸਕਦਾ? ਇਹ ਟੋਟਲ ਪਬਲਿਕ ਪੀਸ ਟ੍ਰੈਂਕੁਇਲਿਟੀ ਨੂੰ ਵਾਇਲੇਟ ਕਰਦੀ ਹੈ। ਸੀਰੀਅਸ ਪ੍ਰੋਵੀਜ਼ਨਸ ਇੰਡੀਅਨ ਪੀਨਲ ਕੋਡ ਦੀ ਦਾ ਇਹਦਾ ਕੇਸ ਬਣਦਾ। ਕੀ ਵੇਟ ਕਰ ਰਹੀ ਹੈ ਗਵਰਨਮੈਂਟ ਕਿ ਕੱਲ ਉੱਥੇ ਆਪਸ 'ਚ ਲੜਾਈਆਂ ਹੋਣ, ਕਤਲ ਹੋਣ ਕਿ ਉਹਨੇ ਵੀਡੀਓ ਪਾਈ, ਉਹਦੇ ਜਵਾਬ 'ਚ ਵੀਡੀਓ ਪਾ ਰਹੇ ਨੇ? ਇਹ ਤਾਂ ਮਤਲਬ ਇੱਕ ਖੁੱਲਾ ਸੱਦਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਈ ਸਰਕਾਰ ਸੱਦਾ ਦੇ ਰਹੀ ਹੈ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਅਸੀਂ ਗਵਰਨਰ ਸਾਹਿਬ ਨੂੰ ਕਹਿ ਗਏ ਕਦੇ ਪ੍ਰਵਾਨ ਨਹੀਂ ਕਰੂਗਾ। ਸਾਡੇ ਅਮਨ ਦੀ, ਸਾਡੇ ਪੀਸ ਦੀ, ਸਾਡੇ ਆਪਸੀ ਭਾਈਚਾਰੇ ਦੀ ਸੋਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਦੂਸਰਾ ਅਸੀਂ ਮੰਗ ਕੀਤੀ ਸੀਗੀ ਕਿ ਜਿਹੜਾ ਡੀਐਸਪੀ ਹੈ ਜਲਾਲਾਬਾਦ, ਦੇਖੋ ਜ਼ੈਡ ਸਿਕਿਉਰਿਟੀ ਦੇ ਕਾਫਲੇ ਤੇ ਆਪ ਹਮਲਾ ਹੋ ਜਾਣਾ ਇਹ ਫੇਲਰ ਆਫ ਲਾਅ ਐਂਡ ਆਰਡਰ ਦੀ ਇੱਕ ਗਲੇਅਰਿੰਗ ਮਿਸਟੇਕ ਹੈ। ਮੈਂ ਤਾਂ ਇਹ ਵੀ ਸੋਚਦਾ ਐਜ਼ ਏ ਲਾਇਰ ਐਂਡ ਐਜ਼ ਏ ਪੋਲੀਟੀਸ਼ੀਅਨ ਕਿ ਹੋਮ ਮਿਨਿਸਟਰੀ ਜੀ ਦੇ ਰਿਵਿਊ ਦੇ ਮੁਤਾਬਕ ਇਹ ਸਿਕਿਉਰਿਟੀ ਮਿਲੀ ਹੈ, ਉਹ ਕਿਉਂ ਚੁੱਪ ਬੈਠੀ ਹੈ? ਦੇ ਸ਼ੁੱਡ ਟੇਕ ਟੂ ਟਾਸਕ ਦੀ ਪੰਜਾਬ ਗਵਰਨਮੈਂਟ ਕਿ ਕਿੰਨਾ ਸਿਕਿਉਰਿਟੀ ਲੈਪਸ ਹੈ, ਕਿਉਂਕਿ ਸਰ ਸੁਖਬੀਰ ਸਿੰਘ ਬਾਦਲ ਦਾ ਕੋਈ ਵੀ ਵਿਜ਼ਿਟ ਹੁੰਦਾ ਪਹਿਲਾਂ ਲੋਕਲ ਪੁਲਿਸ ਇਨਫਾਰਮ ਕੀਤੀ ਜਾਂਦੀ ਹੈ, ਉਹਦੀ ਇਟਨਰੀ ਦਿੱਤੀ ਜਾਂਦੀ ਹੈ, ਉੱਥੇ ਪ੍ਰੋਪਰ ਪ੍ਰੋਟੈਕਸ਼ਨ ਦਾ ਕੰਮ ਕੀਤਾ ਜਾਂਦਾ ਹੈ। ਐਂਡ ਜਿਸ ਤਰ੍ਹਾਂ ਉੱਥੇ ਫਾਇਰਿੰਗ ਹੋਈ, ਜਿਸ ਤਰ੍ਹਾਂ ਵੱਟੇ ਚੱਲੇ ਐਂਡ ਜਿਸ ਤਰ੍ਹਾਂ ਦੀ ਲੈਂਗੁਏਜ ਉਹ ਤੁਹਾਡਾ ਗਿੱਦੜਬਾਹੇ ਦਾ ਐਮਐਲਏ ਯੂਜ਼ ਕਰ ਰਿਹਾ, ਇਹ ਸਿੰਪਲ ਮੈਸੇਜ ਆ ਇੱਕ ਲੋਕਾਂ 'ਚ ਟੈਰਰ ਕ੍ਰੀਏਟ ਕਰਨ ਦੀ। ਦੂਸਰੀ ਗੱਲ ਜਿਹੜੀ ਪ੍ਰੈਸ ਸਾਹਿਬ ਨੇ ਕਹੀ ਆ, ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਮੈਂ ਤੇ ਡਾਕਟਰ ਦਲਜੀਤ ਸਿੰਘ ਚੀਮਾ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮਿਲੇ, ਉਹਦੇ ਧਿਆਨ 'ਚ ਸਾਰੀਆਂ ਗੱਲਾਂ ਲਿਆਂਦੀਆਂ। ਸਾਨੂੰ ਉਹਨੇ ਇੱਥੇ ਕਮਿਟ ਕੀਤਾ ਦੋਨਾਂ ਦੇ ਸਾਹਮਣੇ ਕਿ ਜਿਹੜੀ ਥਾਂ ਤੇ ਨੋਮੀਨੇਸ਼ਨ ਸਾਰੇ ਰਿਜੈਕਟ ਹੋ ਕੇ ਇਲੈਕਸ਼ਨ ਅਨਅਪੋਜ਼ਡ ਡਿਕਲੇਅਰ ਕਰਨਗੇ, ਮੈਂ ਉਹ ਇਲੈਕਸ਼ਨ ਕਾਊਂਟਰ ਮਾਂਡ ਕਰੂੰਗਾ। ਅਸੀਂ ਜਿਸ ਦਿਨ ਆਲ ਪਾਰਟੀ ਮੀਟ ਸੀ, ਉਸ ਤੋਂ ਬਾਅਦ ਸਰ ਬਾਦਲ ਦੇ ਹਮਲੇ ਦਾ ਨੋਟਿਸ ਲਾਉਣ ਗਏ। ਹੁਣ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਇਲੈਕਸ਼ਨ ਕਮਿਸ਼ਨ ਇੰਨਾ ਹੀ ਡਿਫੰਕਟ ਹੈ, ਇੰਨਾ ਹੀ ਗੌਰਮੈਂਟ ਦੀਆਂ ਫੌੜੀਆਂ ਤੇ ਚੱਲਣ ਵਾਲਾ ਹੈਗਾ, ਤੇ ਇਸ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਦੀ ਤਾਂ ਕੋਈ ਲੋੜ ਨਹੀਂ। ਗਵਰਨਮੈਂਟ ਨੇ ਸਿੱਧਾ ਕਰਨਾ, ਨੋਮੀਨੇਟ ਕਰਾ ਦਿਆ ਕਰੇ, ਇਲੈਕਸ਼ਨ ਕਰਨ ਦੀ ਲੋੜ ਕੋਈ ਨਹੀਂ। ਲੋਕ ਰਾਜ ਵਿੱਚ ਸਭ ਤੋਂ ਇੰਪੋਰਟੈਂਟ ਇਲੈਕਸ਼ਨ ਲੋਕਲ ਬਾਡੀਜ਼ ਦੀ ਹੁੰਦੀ ਹੈ, ਜਿਹਦੇ ਤੋਂ ਲੋਕਾਂ ਦੀ ਨਰਵ ਪਤਾ ਲੱਗਦੀ ਹੈ ਕਿ ਉਹਨਾਂ ਦੇ ਮਨ ਵਿੱਚ ਗਵਰਨਮੈਂਟ ਲਈ ਕੀਤੇ ਹੋਏ ਕੰਮਾਂ ਲਈ ਕੀ ਥਾਂ ਹੈਗੀ ਹੈ ਤੇ ਜੋ ਗਵਰਨਮੈਂਟ ਤੋਂ ਵਿਰੋਧੀ ਧਿਰਾਂ ਉਹ ਕੀ ਕਹਿ ਰਹੀਆਂ ਨੇ। ਪਰ ਜਿਸ ਤਰ੍ਹਾਂ ਇਹ ਧੱਜੀਆਂ ਉਡਾ ਰਹੇ ਨੇ ਸੰਵਿਧਾਨ ਦੀਆਂ, ਇੰਸਟੀਟਿਊਸ਼ਨ ਦੀਆਂ, ਐਂਡ ਹੈਰਾਨੀ ਦੀ ਗੱਲ ਸਾਨੂੰ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਮੈਨੂੰ ਤੇ ਡਾਕਟਰ ਚੀਮਾ ਨੂੰ ਕਹਿੰਦਾ ਕਿ ਮੈਂ ਬੇਵੱਸ ਹਾਂ, ਕਹਿੰਦਾ ਮੇਰੇ ਕੋਲ ਸਟਾਫ ਹੀ ਕੋਈ ਨਹੀਂ। ਜੈਂਟਲਮੈਨ, ਦੈਨ ਵਾਈ ਯੂ ਆਰ ਸਿਟਿੰਗ ਦੇਅਰ ਇਫ ਯੂ ਆਰ ਨਾਟ ਏਬਲ ਟੂ ਪਰਫਾਰਮ ਯੂਰ ਡਿਊਟੀ। ਮੈਂ ਉਹਦੇ ਧਿਆਨ 'ਚ ਲਿਆਂਦਾ ਕਿ ਜਦ ਲਿੰਗਡੋ ਸੀ ਚੀਫ ਇਲੈਕਸ਼ਨ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਦਾ, ਅਸੀਂ ਇੱਕ ਕੰਪਲੇਂਟ ਦਿੱਤੀ ਸੀ ਤੇ ਸਾਡੀ 12 ਘੰਟੇ ਦੇ ਅੰਦਰ ਉਹਨੇ ਰੀਡਰੈਸਲ ਕੀਤੀ ਸੀਗੀ। ਤੇ ਤੁਸੀਂ ਕਹਿੰਦੇ ਮੇਰੇ ਹੱਥ ਕੁਛ ਨਹੀਂ ਗਾ, ਕਹਿੰਦਾ ਜੀ ਮੈਂ ਤਾਂ ਇਕੱਲਾ ਤੁਹਾਡੇ ਸਾਹਮਣੇ ਦੇਖ ਲਓ, ਮੇਰੇ ਕੋਲ ਚਪੜਾਸੀ ਵੀ ਨਹੀਂ, ਕਲਰਕ ਨਹੀਂ, ਮੈਂ ਤਾਂ ਆਪ ਕੁਛ ਕਰ ਰਿਹਾ। See, the way the state election commission has surrendered to the government, the message is very loud and clear ਕਿ ਕੋਈ ਇਲੈਕਸ਼ਨ ਨਹੀਂ ਹੋਣੀ, ਲੋਕਾਂ ਦੀ ਅੱਖਾਂ 'ਚ ਧੂੜ ਪਾਈ ਜਾਣੀ ਹੈ ਤੇ ਇਹ ਲੋਕਾਂ ਨੂੰ ਧੋਖਾ ਦੇ ਕੇ ਇਹ ਫੈਸਲਾ ਦੇਣਾ ਚਾਹੁੰਦੇ ਨੇ ਕਿ ਸਰਕਾਰ ਨਾਨ ਪਰਫਾਰਮੈਂਸ ਹੋਣ ਦੇ ਬਾਵਜੂਦ ਵੀ ਲੋਕਾਂ 'ਚ ਬੜੀ ਪਪੂਲਰ ਹੈ ਜੀ, ਲੋਕਾਂ ਨੇ ਸਾਨੂੰ ਜਿਤਾਤਾ। ਡਾਕਟਰ ਸਾਹਿਬ ਫੋਟੋ ਤੁਸੀਂ ਦਿਖਾ ਦਿਓ। ਇੱਥੇ ਆ ਜਾਓ। ਅਸੀਂ ਇਹ ਇਲੈਕਸ਼ਨ ਕਮਿਸ਼ਨ ਦੀ ਬੇਬਸੀ ਅਸੀਂ ਮਾਨਯੋਗ ਗਵਰਨਰ ਸਾਹਿਬ ਦੇ ਵੀ ਧਿਆਨ 'ਚ ਲਿਆਂਦੀ ਹੈ ਵੀ ਉਹਨਾਂ ਨੇ ਪਬਲਿਕਲੀ ਇਹ
ਸਾਡੇ ਡੈਪੂਟੇਸ਼ਨ 'ਚ ਗਿਆ ਉਹਨੂੰ ਦਿਖਾਈ ਆ। ਅਸੀਂ ਵਾਇਲੈਂਸ ਦੀ ਸਾਰੀ ਦੀ ਸੀਡੀ ਵੀ ਗਵਰਨਰ ਸਾਹਿਬ ਨੂੰ ਦਿੱਤੀ ਆ। ਜਿਹੜਾ ਵਾਇਲੈਂਸ ਜਲਾਲਾਬਾਦ 'ਚ ਹੋਇਆ, ਜਿਹੜਾ ਵਾਇਲੈਂਸ ਭਿੱਖੀਵਿੰਡ ਦੇ ਵਿੱਚ ਹੋਇਆ, ਜਿਹੜਾ ਗੁਰੂ ਹਰ ਸਹਾਇ ਦੇ ਵਿੱਚ ਰਾਤ ਨੂੰ ਸਾਡੇ ਕੈਂਡੀਡੇਟ ਦੇ ਉੱਤੇ ਕਾਂਗਰਸ ਦੇ ਕੈਂਡੀਡੇਟ ਨੇ ਆ ਕੇ ਦਰਵਾਜ਼ੇ ਭੰਨੇ, ਉਹਦੇ ਘਰ ਇੱਟਾਂ ਮਾਰੀਆਂ, ਸਾਰੀਆਂ ਸੀਡੀ ਤੇ ਸਾਰੀਆਂ ਫੋਟੋਗ੍ਰਾਫਸ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਦਿੱਤੀਆਂ। ਔਰ ਵੱਡੀ ਗੱਲ ਹੈ ਕਿ ਇਹੋ ਜਿਹੇ ਇਨਸੀਡੈਂਟ ਜਿਹੜੇ ਤੁਸੀਂ ਪਹਿਲਾਂ ਲੋਕਾਂ ਨੂੰ ਦਿਖਾਏ ਆ, ਜਿਹਦੇ ਤੇ ਨੌਜਵਾਨਾਂ ਦੇ ਸ਼ਰੇਆਮ ਗੋਲੀਆਂ ਲੱਗੀਆਂ, 3 ਬੰਦੇ ਸਾਡੇ ਇੰਜਰਡ ਹੋਏ, ਭਿੱਖੀਵਿੰਡ ਦੇ ਵਿੱਚ ਆ ਬੁਲਟ ਪ੍ਰੂਫ ਗੱਡੀ ਦੇ ਉੱਤੇ ਫਾਇਰਿੰਗ ਹੋਈ, ਔਰ ਭਿੱਖੀਵਿੰਡ ਦੇ ਵਿੱਚ 2 ਪਿਸਤੌਲ ਲੈ ਕੇ ਆ ਇੱਕ ਬੰਦਾ ਦੋਨੇ ਹੱਥਾਂ 'ਚ ਪਿਸਤੌਲ ਹੈ। ਇਹ ਸਰਦਾਰ ਅਮਰਜੀਤ ਸਿੰਘ ਸਾਡੇ ਸਾਬਕਾ ਪ੍ਰਧਾਨ ਸੀ, ਉਹਨਾਂ ਦੇ ਘਰ ਦੇ ਵਿੱਚ ਵੜਿਆ। ਸੜਕ ਦੇ ਉੱਤੇ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਜਿਹੜੇ ਆ, ਉਹ ਭੀੜ ਜਿਹੜੀ ਆ ਡਾਂਗਾ ਉਹਦੇ ਹੱਥਾਂ 'ਚ ਹੈ, ਕਿਸੇ ਦੇ ਹੱਥ 'ਚ ਰਾਈਫਲ ਹੈ। ਤੇ ਅਸੀਂ ਕਿਹਾ ਕਿ ਚਲੋ ਇਹਨਾਂ ਦੇ ਅਗੇਂਸਟ ਐਕਸ਼ਨ ਨਹੀਂ ਹੋਇਆ, ਉਹ ਇੱਕ ਗੱਲ ਹੈ। ਸਥਾਨਕ ਐਸਐਚਓ ਡੀਐਸਪੀ ਕਿਸੇ ਦੇ ਖਿਲਾਫ ਐਕਸ਼ਨ ਨਹੀਂ ਹੋਇਆ, ਉਹ ਦੂਜੀ ਗੱਲ ਹੈ। ਉਲਟਾ ਜਿਨ੍ਹਾਂ ਦੇ ਉੱਤੇ ਜ਼ੁਲਮ ਹੋਇਆ, ਜਿਨ੍ਹਾਂ ਦੇ ਉੱਤੇ ਗੋਲੀ ਚੱਲੀ, ਸਾਡੇ ਜਲਾਲਾਬਾਦ ਦੇ ਵਿੱਚ ਵੀ 5 ਵਰਕਰਾਂ ਨੂੰ ਜਿਹੜਾ ਕੇਸ 'ਚ ਇੰਟੈਂਗਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਔਰ ਭਿੱਖੀਵਿੰਡ ਦੇ ਵਿੱਚ ਵੀ ਜਿਹੜਾ ਕੇਸ ਦਰਜ ਹੋਇਆ, ਉਹ ਸਾਡੇ ਜਿਹੜਾ ਹੈਗਾ ਅਕਾਲੀ ਵਰਕਰਾਂ ਦੇ ਖਿਲਾਫ ਹੋਇਆ। ਹੁਣ ਬੜੀ ਵਾਰੀ ਅਸੀਂ ਕਮਿਸ਼ਨ ਨੂੰ ਪੁਆਇੰਟ ਆਊਟ ਕਰ ਚੁੱਕੇ ਹਾਂ, ਗਿਣਤੀ ਦਿਖਾ ਚੁੱਕੇ ਹਾਂ ਕਿ 200 250 ਵੋਟ ਇੱਕ ਵਾਰਡ ਦੀ ਜਿਹੜੀ ਕਾਂਗਰਸ ਦੇ ਕੈਂਡੀਡੇਟ ਨੂੰ ਸੂਟ ਨਹੀਂ ਕਰਦੀ, ਉਹਦੇ ਚੋਂ ਕੱਢ ਕੇ ਕਿਸੇ ਹੋਰ ਵਾਰਡ 'ਚ ਪਾਤੀ ਜਾਂਦੀ ਹੈ, ਜਾਂ ਜਿਹੜੀਆਂ ਕੈਂਡੀਡੇਟ ਨੂੰ ਵੋਟਾਂ ਚਾਹੀਦੀਆਂ ਉਹ ਜਿੱਥੇ ਮਰਜ਼ੀ ਪਈਆਂ ਹੁਣ ਉਹਨੂੰ ਉਹਦੇ ਵਾਰਡ 'ਚ ਜਾ ਕੇ ਦਿੱਤੀਆਂ ਜਾਂਦੀਆਂ ਚਾਹੀਦੀਆਂ। ਕਮਿਸ਼ਨ ਐਕਸ਼ਨ ਨਹੀਂ ਲੈ ਰਿਹਾ। ਔਰ ਜਿਹੜੀ ਚੰਦੂ ਮਾਜਰਾ ਸਾਹਿਬ ਨੇ ਗੱਲ ਕੀਤੀ ਆ, ਉਹ ਹੁਣ ਰਿਕਾਰਡ ਤੇ ਹੈ ਵੀ ਕੈਂਡੀਡੇਟ ਨੇ ਨੋਮੀਨੇਸ਼ਨ ਵੀ ਫਾਈਲ ਕਰ ਦਿੱਤੇ, ਸਕਰੂਟਨੀ ਵੀ ਹੋ ਗਈ, 5 ਤਰੀਕ ਨਿਕਲ ਗਈ। 5 ਤਰੀਕ ਤੋਂ ਬਾਅਦ ਉਹਦੀ ਵੋਟ ਵੀ ਕੈਂਡੀਡੇਟ ਦੀ ਤੇ ਦੂਜੇ ਵਾਰਡ 'ਚ ਬਾਕੀ ਵੋਟਾਂ ਵੀ ਉਹਦੀਆਂ ਸ਼ਿਫਟ ਕਰ ਦਿੱਤੀਆਂ। ਇੰਨਾ ਵੀ ਨਹੀਂ ਯਾਦ ਰਿਹਾ ਇਹਨਾਂ ਨੂੰ ਵੀ ਕੈਂਡੀਡੇਟ ਵੀ ਵਿੱਚ ਆ। ਹੁਣ ਕਮਿਸ਼ਨ ਇਸ ਕਿਸ ਪ੍ਰੂਫ ਦੀ ਇੰਤਜ਼ਾਰ ਕਰ ਰਿਹਾ ਕਿ ਉਹਦੇ ਸਾਹਮਣੇ ਆ ਕਿ ਜੇ ਸਕਰੂਟਨੀ ਵਾਲੀ ਡੇਟ ਤੱਕ ਉਹ ਵੋਟ ਉਸ ਵਾਰਡ ਦੇ ਵਿੱਚ ਸੀ ਤੇ ਫਿਰ ਉਸ ਤੋਂ ਬਾਅਦ ਵੋਟਾਂ ਟ੍ਰਾਂਸਫਰ ਹੋ ਰਹੀਆਂ, ਇਸ ਤੋਂ ਵੱਡਾ ਸਬੂਤ ਕਮਿਸ਼ਨ ਨੂੰ ਕੀ ਚਾਹੀਦਾ? ਕਿ ਇਹ ਪੋਲਿੰਗ ਪ੍ਰੋਸੈਸ ਸਾਰੀ ਵਿਸ਼ੀਏਟ ਹੋਈ ਆ ਕਿ ਨਹੀਂ ਹੋਈ? ਇਸ ਤੋਂ ਵੱਡਾ ਸਬੂਤ ਕਮਿਸ਼ਨ ਨੂੰ ਹੋਰ ਕੀ ਚਾਹੀਦਾ ਕਿ ਉਹਦੇ ਆਪਣੇ ਅਧਿਕਾਰੀਆਂ ਨੇ ਤਸਦੀਕ ਕੀਤਾ ਸਕਰੂਟਨੀ ਵਾਲੇ ਦਿਨ ਕਿ ਉਹਦੀ ਵੋਟ ਇਸ ਵਾਰਡ ਦੇ ਵਿੱਚ ਆ, ਔਰ ਉਸ ਤੋਂ ਬਾਅਦ ਇਹਦਾ ਮਤਲਬ ਖੁੱਲ੍ਹੀ ਛੁੱਟੀ ਆ ਅਖੀਰਲੇ ਦਿਨ ਤੱਕ ਕਿ ਵੋਟ ਤੁਸੀਂ ਲੱਭ ਲਓ ਤੇ ਰਿਟਰਨਿੰਗ ਅਫਸਰ ਨੂੰ ਦੱਸ ਦਿਓ ਵੀ ਇਹ ਐਸ ਕੈਂਡੀਡੇਟ ਨੂੰ ਚਾਹੀਦੀ ਆ, ਤੇ ਸ਼ਾਮ ਨੂੰ ਉਹ ਵੋਟ ਉਹਦੇ ਵਾਰਡ ਦੇ ਵਿੱਚ ਪਹੁੰਚ ਜਾਏਗੀ। ਮੰਤਰੀ ਜਿਹੜਾ ਨੋਮੀਨੇਸ਼ਨ ਜਿਹਦੀ ਫਾਈਲ ਕਰਾ ਕੇ ਆਇਆ, ਉਹ ਵੀ ਫੋਟੋ ਅਸੀਂ ਉਹਨਾਂ ਨੂੰ ਦਿਖਾਈ, ਤੇ ਉਹਦਾ ਹੀ ਕੈਂਡੀਡੇਟ ਰਾਤ ਨੂੰ ਦੂਜੇ ਕੈਂਡੀਡੇਟ ਸਾਡੇ ਦੇ ਘਰ ਪੱਥਰ ਮਾਰ ਕੇ ਉਹਨੂੰ ਫੋਰਸ ਕਰ ਰਿਹਾ ਕਿ ਤੂੰ ਵਿਡਰਾ ਕਰ ਲੈ। ਇਸ ਲਈ ਬਹੁਤ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ। ਅਸੀਂ ਮਜਬੂਰ ਹੋ ਕੇ ਗਵਰਨਰ ਸਾਹਿਬ ਕੋਲੇ ਗਏ ਸੀ। ਵੈਸੇ ਤੇ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ, ਪਰ ਉਹ ਸੰਵਿਧਾਨਕ ਮੁਖੀ ਆ ਸੂਬੇ ਦੇ। ਅਸੀਂ ਕਿਹਾ ਸੀ ਕਿ ਦੱਸੋ ਜੇ ਸੰਵਿਧਾਨਕ ਸੰਸਥਾ ਫੇਲ ਹੋ ਜੇ ਤੇ ਅਸੀਂ ਕਿਹਦੇ ਕੋਲ ਜਾਈਏ? ਤੁਸੀਂ ਕਮਿਸ਼ਨ ਨੂੰ ਪੁੱਛੋ ਕਿ ਜਾਂ ਤਾਂ ਆਪਣਾ ਕੰਮ ਕਰੇ, ਨਹੀਂ ਤਾਂ ਇਹੋ ਜਿਹੀ ਇਲੈਕਸ਼ਨ ਦਾ ਕੋਈ ਫਾਇਦਾ ਨਹੀਂ। ਫਿਰ ਸਰਕਾਰ ਨੂੰ ਦੇ ਦਿਓ ਕਿ ਜਿਹਨੂੰ ਚਾਹੇ ਉਹ ਨੋਮੀਨੇਟ ਕਰ ਦਿਓ। ਦੇਖੋ, ਅਸੀਂ ਬਹੁਤ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਇਲੈਕਸ਼ਨ ਦਾ ਕੋਈ ਅਰਥ ਨਹੀਂ ਰਹਿਣਾ। ਜਿਵੇਂ ਚੀਮਾ ਸਾਹਿਬ ਨੇ ਕਿਹਾ ਵੀ ਜੇ ਮੈਜੋਰਟੀ ਇਹਨਾਂ ਕਮੇਟੀਆਂ ਦੇ ਵਿੱਚ ਪਹਿਲਾਂ ਹੀ ਕਾਂਗਰਸ ਨੇ ਅਨਅਪੋਜ਼ਡ ਧੱਕੇ ਨਾਲ ਰੱਦ ਕਰਾ ਕੇ ਕਾਗਜ਼ ਪਹਿਲਾਂ ਹੀ ਡਿਕਲੇਅਰ ਕਰ ਲਈ, ਅਸੀਂ ਮੰਗ ਕੀਤੀ ਆ ਕਿ ਉੱਥੇ ਦੁਬਾਰਾ ਰੀ ਇਲੈਕਸ਼ਨ ਹੋਣੀ ਚਾਹੀਦੀ ਆ। ਔਰ ਮੈਂ ਤੁਹਾਨੂੰ ਦੱਸਦਾ ਵੀ ਗਵਰਨਰ ਸਾਹਿਬ ਨੇ ਬੜੇ ਮਤਲਬ ਪੂਰੇ ਵਿਸ਼ਵਾਸ ਨਾਲ, ਠਰਮੇ ਨਾਲ ਇਹ ਜਿਹੜੀਆਂ 3-4 ਗੱਲਾਂ ਅਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਔਰ ਉਹਨਾਂ ਦੇ ਧਿਆਨ 'ਚ ਲਿਆਂਦੀਆਂ, ਉਹਨਾਂ ਦਾ ਹੱਲ ਕਰਨ ਦਾ ਸਾਨੂੰ ਪੂਰਾ ਭਰੋਸਾ ਦਵਾਇਆ। ਜਿੱਥੇ ਬਿਲਕੁਲ ਬਹੁਤ ਸੰਮਤੀ ਪਹਿਲਾਂ ਹੀ ਡਿਕਲੇਅਰ ਕਰ ਲਈ, ਉੱਥੇ ਦੁਬਾਰਾ ਇਲੈਕਸ਼ਨ ਕਰਾਉਣ ਦਾ ਵੀ, ਪੈਰਾਮਿਲਟਰੀ ਫੋਰਸ ਡਿਪਲਾਈ ਕਰਨ ਦਾ ਵੀ, ਔਰ ਕਾਊਂਟਿੰਗ ਜਿਹੜੀ ਆ ਤੁਰਤ ਕਰਾਉਣ ਵਾਲੀ ਗੱਲ ਵੀ, ਮਤਲਬ ਇਹਨਾਂ ਗੱਲਾਂ ਦਾ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ। ਓਕੇ ਜੀ, ਥੈਂਕ ਯੂ ਜੀ। ਸਵਾਲ ਹੋਰ ਹੈਗਾ, ਦੀਪ ਸਿੱਧੂ ਅਰੈਸਟ ਹੋਇਆ ਹੈਗਾ, ਦਿੱਲੀ ਪੁਲਿਸ ਨੇ ਅਰੈਸਟ ਕੀਤਾ, ਉਹਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ, ਦੀਪ ਸਿੱਧੂ ਵਾਲਾ ਮਸਲਾ ਤਾਂ ਇਹਦੇ ਨਾਲ ਸੰਬੰਧਿਤ ਨਹੀਂ ਹੈ। ਵੈਸੇ ਜਿਹੜਾ ਹੈ, ਅਸੀਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਫੈਸਲਾ ਕੀਤਾ, ਕਈ ਵਾਰ ਕਿਹਾ,
ਸਰਬ ਪਾਰਟੀ ਮੀਟਿੰਗ 'ਚ ਵੀ ਸਾਰਿਆਂ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ 26 ਤਰੀਕ ਦਾ ਘਟਨਾਕ੍ਰਮ ਆ, ਬਲਕਿ ਇੱਕ ਘਟਨਾ ਜਿਹੜੀ ਸ਼ਾਂਤਮਈ ਧਰਨਾਕਾਰੀਆਂ ਤੇ ਅਟੈਕ ਹੋਇਆ ਸੀ, ਉਹ ਵੀ ਇਸੇ ਤਰ੍ਹਾਂ ਦੀਆਂ ਖਾਨਾ ਜੰਗੀ ਮੁਲਕ ਦੇ ਵਿੱਚ ਕਰਾਉਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਔਰ ਆਪਸ ਵਿੱਚ ਲੜਾਈ ਝਗੜੇ ਕਰਾ ਕੇ ਦੰਗੇ ਫਸਾਦ ਕਰਕੇ ਆਪਣੇ ਰਾਜਸੀ ਲਾਹੇ ਲੈਣ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਭਾਵੇਂ 26 ਤਰੀਕ ਦਾ ਘਟਨਾਕ੍ਰਮ ਆ, ਭਾਵੇਂ ਸ਼ਾਂਤਮਈ ਧਰਨਾਕਾਰੀ ਕਿਸਾਨਾਂ ਤੇ ਅਟੈਕ ਕਰਾਉਣ ਵਾਲੀ ਗੱਲ ਆ, ਇਹ ਸਾਰੀਆਂ ਦੀ ਇੱਕ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਹਦੀ ਸਮੀਖਿਆ ਹੋਣੀ ਚਾਹੀਦੀ ਆ, ਕੌਣ ਕਰਾਉਂਦਾ, ਕੌਣ ਇਹਦੇ ਪਿੱਛੇ ਆ, ਅੱਗੇ ਨੂੰ ਐਸੀਆਂ ਘਟਨਾਵਾਂ ਨਾ ਵਾਪਰਨ ਇਹਦੇ ਕੀ ਉਪਾਅ ਹੋ ਸਕਦੇ ਨੇ। ਇਹ ਸਾਰੀ ਸਥਿਤੀ ਦੀ ਸਮੀਖਿਆ ਕਰਕੇ ਉੱਚ ਪੱਧਰੀ ਜਾਂਚ ਕਰਾ ਕੇ ਕੋਈ ਵੀ ਦੋਸ਼ੀ ਹੋਵੇ ਉਹਦੇ ਤੇ ਐਕਸ਼ਨ ਹੋ ਸਕਦਾ। ਦੀਪ ਸਿੱਧੂ ਵਾਲੇ ਮਸਲੇ 'ਤੇ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਇਹਨੂੰ ਕਿਸਾਨੀ ਸੰਘਰਸ਼ ਨਾਲ ਜੋੜ ਕੇ, ਕਿਸਾਨੀ ਸੰਘਰਸ਼ ਵਿੱਚ ਦਹਿਸ਼ਤ ਪੈਦਾ ਕਰਕੇ, ਭੈ ਪੈਦਾ ਕਰਕੇ ਸਰਕਾਰ ਕੋਸ਼ਿਸ਼ ਨਾ ਕਰੇ, ਪਰ ਕਾਨੂੰਨ ਦੀ ਮਸ਼ੀਨਰੀ ਜੇ ਕੋਈ ਤੋੜ ਕੇ ਗੱਲ ਕਰਦਾ, ਉਹਦੇ ਤੇ ਕੋਈ ਕਾਨੂੰਨ ਅੱਗੇ ਵਰਤੋਂ ਕਰਦਾ, ਉਹਦੇ ਤੇ ਕਦੇ ਵੀ ਅਸੀਂ ਹਮੇਸ਼ਾ ਇਸ ਗੱਲ ਦੇ ਹੱਕ 'ਚ ਰਹੇ ਆ ਕਿ ਦੇਸ਼ ਦੇ ਵਿੱਚ ਅਮਨ ਕਾਨੂੰਨ ਵੀ ਰਹਿਣਾ ਚਾਹੀਦਾ ਔਰ ਕਾਨੂੰਨ ਦੀ ਮਸ਼ੀਨਰੀ ਵੀ ਰਹਿਣੀ ਚਾਹੀਦੀ ਆ। ਅੱਜ ਜਿਹੜੀ ਲੜਾਈ ਆ ਮੁਲਕ ਦੇ ਵਿੱਚ ਇਸੇ ਗੱਲ ਦੀ ਆ, ਨਾ ਕੋਈ ਕਾਨੂੰਨ ਰਿਹਾ, ਨਾ ਕੋਈ ਸਿਸਟਮ ਰਿਹਾ, ਮਨਮਰਜ਼ੀ ਦੀਆਂ ਖੇਡਾਂ ਸਰਕਾਰਾਂ ਖੇਡ ਰਹੀਆਂ ਨੇ ਔਰ ਇਹਦੇ ਵਿਰੁੱਧ ਹੀ ਅੱਜ ਮੁਲਕ ਇਕੱਠਾ ਹੋ ਰਿਹਾ। ਸੋ ਇਹਦੀ ਸਾਰਿਆਂ ਨੂੰ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਔਰ ਇਹਦੇ ਕੋਈ ਉੱਚ ਪੱਧਰੀ ਜਾਂਚ ਕਰਾ ਕੇ ਹੀ ਨਤੀਜੇ ਤੇ ਕਿਤੇ ਪਹੁੰਚਿਆ ਜਾ ਸਕਦਾ। ਬਾਕੀ ਕਾਨੂੰਨ ਸਾਰਿਆਂ ਲਈ ਬਰਾਬਰ ਆ। ਠੀਕ ਹੈ ਜੀ।